ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ। ਗੁਰੂ ਰੂਪ ਗੁਰੂ ਸਰੂਪ ਖਾਲਸਾ ਸਤ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦੁਆਰਾ ਆਪਾਂ ਸਾਰੇ ਹੀ ਗੁਰਸਿੱਖ ਭਾਈ ਭਾਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਜਬਰ ਸ਼ਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਤ ਸੰਗਤ ਦੀਆਂ ਘੜੀਆਂ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਨੂੰ ਸਰਵਣ ਕਰਕੇ ਆਤਮਿਕ ਲਾਹੇ ਪ੍ਰਾਪਤ ਕਰ ਰਹੇ ਹਾਂ। ਜਿਸ ਪ੍ਰਕਾਰ ਆਪਾਂ ਹੁਣੇ ਭੋਗ ਦੇ ਸ਼ਲੋਕ ਸਰਵਣ ਕੀਤੇ ਹਨ, ਸਹਿਜ ਪਾਠ ਦੀ ਸੰਪੂਰਨਤਾ ਹੋਈ ਹੈ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਵਚਨ ਆਪਾਂ ਸਰਵਣ ਕੀਤੇ ਹਨ। ਸਤਿਗੁਰੂ ਜੀ ਇੱਕ ਵਚਨ ਕਰਦੇ ਹਨ ਕਿ ਸੰਸਾਰ ਦੇ ਅੰਦਰ ਸਰੀਰ ਕਿਸੇ ਦਾ ਨਹੀਂ ਰਹਿੰਦਾ। ਜਿਸ ਨੇ ਸੰਸਾਰ ਤੇ ਆ ਕੇ ਸਰੀਰ ਨੂੰ ਧਾਰਨ ਕੀਤਾ, ਸਰੀਰ ਕਿਸੇ ਦਾ ਵੀ ਸਦਾ ਵਾਸਤੇ ਨਹੀਂ ਰਿਹਾ। ਸਤਿਗੁਰਾਂ ਨੇ ਉਦਾਹਰਨਾਂ ਦਿੱਤੀਆਂ ਹਨ, ਦੋ ਨਾਮ ਲਏ ਹਨ ਕਿ ਉਹ ਸੰਸਾਰ ਤੇ ਆਏ ਪਰ ਉਹ ਵੀ ਸੰਸਾਰ ਤੇ ਰਹੇ ਨਹੀਂ, ਪਰ ਉਹਨਾਂ ਦਾ ਨਾਮ, ਉਹਨਾਂ ਦੀ ਯਾਦ ਸਦਾ ਵਾਸਤੇ ਰਹਿ ਗਈ। ਔਰ ਉਹ ਯਾਦ ਅੱਜ ਵੀ ਲੋਕ ਆਪਣੇ ਦਿਲਾਂ ਦੇ ਵਿੱਚ ਲੈ ਕੇ ਬੈਠੇ ਹਨ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨ ਆਉਂਦੇ ਹਨ, ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਵਾਰ। ਸਤਿਗੁਰੂ ਜੀ ਕਹਿੰਦੇ ਸੰਸਾਰ ਤੇ ਰਾਮ ਜੀ ਆਏ, ਉਹ ਵੀ ਸਰੀਰ ਕਰਕੇ ਗਏ। ਦੂਸਰੇ ਬੰਨੇ ਰਾਵਣ ਵੀ ਆਇਆ, ਉਹ ਵੀ ਸੰਸਾਰ ਤੋਂ ਗਿਆ। ਔਰ ਅੱਜ ਰਾਮ ਜੀ ਨੂੰ ਵੀ ਲੋਕ ਯਾਦ ਰੱਖਦੇ ਹਨ ਤੇ ਰਾਵਣ ਨੂੰ ਵੀ ਯਾਦ ਰੱਖਦੇ ਹਨ। ਫਿਰ ਦੋਹਾਂ ਦੇ ਵਿੱਚ ਫਰਕ ਕੀ ਹੈ? ਜਿਸ ਨੇਕ ਨੀਅਤ ਦੇ ਨਾਲ ਰਾਮ ਜੀ ਨੂੰ ਯਾਦ ਕੀਤਾ ਜਾਂਦਾ, ਉਵੇਂ ਰਾਵਣ ਨੂੰ ਨਹੀਂ। ਰਾਮ ਜੀ ਨੂੰ ਭਗਵਾਨ ਕਰਕੇ ਯਾਦ ਕੀਤਾ ਜਾਂਦਾ ਹੈ, ਰਾਵਣ ਨੂੰ ਸ਼ੈਤਾਨ ਕਰਕੇ ਯਾਦ ਕੀਤਾ ਜਾਂਦਾ ਹੈ। ਯਾਦ ਤੇ ਦੋਵਾਂ ਦੀ ਸੰਸਾਰ ਤੇ ਰਹਿ ਗਈ ਹੈ। ਸਰੀਰ ਚਲੇ ਗਏ ਹਨ ਪਰ ਯਾਦ, ਯੁੱਗ ਬੀਤ ਗਏ, ਅੱਜ ਵੀ ਲੋਕ ਯਾਦ ਕਰਦੇ ਹਨ। ਪਰ ਯਾਦ ਕਰਨ ਦੇ ਵਿੱਚ ਬੜਾ ਫਰਕ ਹੈ। ਭਗਤ ਪ੍ਰਹਿਲਾਦ ਜੀ ਨੂੰ ਵੀ ਯਾਦ ਕਰਦੇ ਹਨ ਔਰ ਉਸ ਦੇ ਪਿਤਾ ਹਰਨਾਕਸ਼ ਨੂੰ ਵੀ ਯਾਦ ਕਰਦੇ ਹਨ। ਭਗਵਾਨ ਕ੍ਰਿਸ਼ਨ ਜੀ ਨੂੰ ਵੀ ਲੋਕ ਯਾਦ ਕਰਦੇ ਹਨ ਔਰ ਕੰਸ ਨੂੰ ਵੀ ਯਾਦ ਕਰਦੇ ਹਨ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਵੀ ਆਪਾਂ ਯਾਦ ਕਰਦੇ ਹਾਂ ਤੇ ਨਾਲ ਔਰੰਗਜ਼ੇਬ ਦਾ ਵੀ ਨਾਮ ਆਉਂਦਾ ਹੈ। ਪਰ ਫਰਕ ਬਹੁਤ ਹੈ। ਜਿਸ ਭਾਵਨਾ, ਸਤਿਕਾਰ, ਸ਼ਰਧਾ ਦੇ ਨਾਲ ਰੱਬ ਦੀ ਬੰਦਗੀ ਕਰਨ ਵਾਲੇ ਸਾਧੂ, ਮਹਾਤਮਾ, ਸਤਿਪੁਰਸ਼ਾਂ ਨੂੰ ਯਾਦ ਕੀਤਾ ਜਾਂਦਾ ਹੈ, ਉਸ ਭਾਵਨਾ ਦੇ ਨਾਲ ਦੂਸਰੇ ਬੰਨੇ ਜਿਹੜੇ ਕੋਈ ਸੰਸਾਰ ਦੇ ਵਿੱਚ ਆ ਕੇ ਮਾੜੇ ਕਰਮ ਕਰਨ ਵਾਲੇ ਹਨ, ਉਹਨਾਂ ਨੂੰ ਵੀ ਸੰਸਾਰ ਦੇ ਵਿੱਚ ਉਸ ਨਿਗਾਹ ਦੇ ਨਾਲ ਵੇਖਿਆ ਜਾਂਦਾ ਹੈ। ਸਤਿਗੁਰੂ ਜੀ ਇਸ ਪਾਵਨ ਸ਼ਬਦ ਦੁਆਰਾ ਸਾਨੂੰ ਉਪਦੇਸ਼ ਕੀ ਕਰਦੇ ਹਨ ਕਿ ਮਨੁੱਖ ਸੰਸਾਰ ਦੇ ਵਿੱਚ ਸਰੀਰ ਤੇਰਾ ਨਹੀਂ ਰਹਿਣਾ। ਇਸ ਗੱਲ ਨੂੰ ਆਪਣੇ ਮਨ ਦੇ ਵਿੱਚ ਧਾਰਨ ਕਰ ਲੈ, ਕਿਉਂਕਿ ਰਹਿਣ ਨਾ ਪਾਵੈ ਸੁਰ ਨਰ ਦੇਵਾ, ਊਠ ਸੁਧਾਰੇ ਕਰ ਮੁਨ ਜਨ ਸੇਵਾ। ਇਸ ਸੰਸਾਰ ਦੇ ਵਿੱਚ ਤੇਰਾ ਸਰੀਰ ਜਿਹੜਾ ਹੈ ਇਹ ਇੱਕ ਦਿਨ ਸ਼ਾਂਤ ਹੋਣਾ ਹੀ ਹੈ। ਫਿਰ ਕੀ ਰਹਿਣਾ ਹੈ? ਇਹ ਸਰੀਰ ਦੁਆਰਾ ਜਿਹੜੇ ਤੂੰ ਕਰਮ ਕਰ ਰਿਹਾ ਹੈ, ਇਹ ਕਰਮ ਤੇਰੇ ਯਾਦ ਬਣ ਕੇ ਲੋਕਾਂ ਦੇ ਦਿਲਾਂ ਵਿੱਚ ਰਹਿ ਜਾਣੇ।
ਆਪਣੇ ਹੱਥਾਂ ਦੇ ਨਾਲ, ਆਪਣੀ ਜ਼ੁਬਾਨ ਦੇ ਨਾਲ ਐਸੇ ਕਰਮ ਨਾ ਕਰ ਲਈ ਜੋ ਲੋਕਾਂ ਦੇ ਦਿਲਾਂ ਦੇ ਵਿੱਚ ਬਹਿ ਤੇ ਜਾਣ, ਪਰ ਲੋਕ ਲਾਹਨਤਾਂ ਪਾਉਣ। ਆਪਣੇ ਹੱਥਾਂ ਦੇ ਨਾਲ, ਆਪਣੀ ਜ਼ੁਬਾਨ ਦੇ ਨਾਲ ਉਹ ਕਰਮ ਕਰ ਜਿਹਨੂੰ ਲੋਕ ਸਦਾ ਵਾਸਤੇ ਯਾਦ ਰੱਖਣ ਤੇ ਸਿਰ ਝੁਕਾ ਦੇਣ ਕਿ ਬੜੀ ਨੇਕ ਨੀਅਤ ਵਾਲੀ ਰੂਹ ਸੀ, ਬੜੇ ਨੇਕ ਕਰਮ ਕਰਨ ਵਾਲਾ ਸੰਸਾਰ ਤੇ ਕੋਈ ਆਇਆ ਸੀ, ਇਹਦਾ ਯਾਦ ਰੱਖਣ। ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਸਮੇਂ ਮੱਕੇ ਮਦੀਨੇ ਦੀ ਧਰਤੀ ਤੇ ਗਏ ਸਨ, ਤਾਂ ਉੱਥੇ ਵੀ ਜਦੋਂ ਸਤਿਗੁਰੂ ਜੀ ਪਹੁੰਚੇ ਸਨ ਤੇ ਸਤਿਗੁਰਾਂ ਦਾ ਪਹਿਰਾਵਾ ਜਿਹੜਾ ਸੀ, ਸਤਿਗੁਰਾਂ ਦੀ ਮੌਜ ਹੈ, ਸਤਿਗੁਰਾਂ ਦੀ ਲੀਲਾ ਹੈ, ਕੌਤਕ ਹਨ ਸਤਿਗੁਰਾਂ ਦੇ। ਸਤਿਗੁਰਾਂ ਨੇ ਕੀ ਕੀਤਾ, ਅੱਧਾ ਲਿਬਾਸ ਹਿੰਦੂਆਂ ਵਾਲਾ ਧਾਰਨ ਕਰ ਲਿਆ ਤੇ ਅੱਧਾ ਮੁਸਲਮਾਨਾਂ ਵਾਲਾ। ਜਦੋਂ ਸਤਿਗੁਰਾਂ ਦੇ ਕੋਈ ਦਰਸ਼ਨ ਕਰੇ, ਨਾ ਤੇ ਇਹ ਪਤਾ ਲੱਗੇ ਵੀ ਇਹ ਹਿੰਦੂ ਧਰਮ ਦੇ ਨੇ, ਨਾ ਇਹ ਪਤਾ ਲੱਗੇ ਵੀ ਮੁਸਲਮਾਨਾਂ ਦੇ। ਦੋਵਾਂ ਦੇ ਚਿੰਨ੍ਹ ਅੱਧੇ ਅੱਧੇ ਧਾਰਨ ਕਰ ਲਏ। ਜਦੋਂ ਉਸ ਧਰਤੀ ਤੇ ਪਹੁੰਚੇ, ਜਿਹੜੇ ਕਾਜੀ ਸਨ, ਮੁਲਾਣੇ ਸਨ, ਉਹਨਾਂ ਨੇ ਸਵਾਲ ਕਰ ਦਿੱਤਾ। ਭਾਈ ਗੁਰਦਾਸ ਸਾਹਿਬ ਜੀ ਆਪਣੀਆਂ ਵਾਰਾਂ ਅੰਦਰ ਕਥਨ ਕਰਦੇ ਹਨ। ਉਹਨਾਂ ਨੇ ਸਵਾਲ ਇਹ ਕੀਤਾ ਵੀ ਆਪਾਂ ਇਹਨਾਂ ਨੂੰ ਇਹ ਪੁੱਛੀਏ ਕਿ ਸੰਸਾਰ ਦੇ ਵਿੱਚ ਦੋ ਹੀ ਧਰਮ ਹਨ, ਹਿੰਦੂ ਵੀ ਤੇ ਮੁਸਲਮਾਨ, ਹੋਰ ਤੇ ਕੋਈ ਨਹੀਂ ਹੈ। ਤੇ ਆਪਾਂ ਇਹ ਪੁੱਛੋ ਕਿ ਦੋਹਾਂ ਦੇ ਵਿੱਚੋਂ ਵੱਡਾ ਕੌਣ ਹੈ। ਤੇ ਜਿਹੜੇ ਧਰਮ ਨੂੰ ਮੰਨਦੇ ਹੋਣਗੇ ਉਹਦਾ ਨਾਮ ਲੈਣਗੇ, ਕਿਉਂਕਿ ਹਰ ਕੋਈ ਜਿਹੜੇ ਧਰਮ ਨੂੰ ਮੰਨਦਾ ਉਹਨੂੰ ਵੱਡਾ ਹੀ ਦੱਸਦਾ ਹੈ ਕਿ ਸਾਡਾ ਵੱਡਾ ਹੀ। ਤੇ ਭਾਈ ਗੁਰਦਾਸ ਸਾਹਿਬ ਜੀ ਦਾ ਕਥਨ ਆਉਂਦਾ ਹੈ, ਪੁੱਛਣ ਹੋਰ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਕਹਿੰਦੇ ਜੀ ਦੱਸੋ ਫਕੀਰ ਜੀ, ਹਿੰਦੂ ਵੱਡਾ ਹੈ ਕਿ ਮੁਸਲਮਾਨ ਵੱਡਾ ਹੈ? ਇੱਕ ਬੰਦੇ ਮੂਰਤੀਆਂ ਨੂੰ ਪੂਜਣ ਵਾਲੇ ਹਨ, ਉਹ ਵੱਡੇ ਹਨ, ਦੂਸਰੇ ਬੰਦੇ ਅੱਲਾਹ ਦੀ ਸ਼ਬਦ ਕਰਨ ਵਾਲੇ ਹਨ। ਕਿਹੜੇ ਵੱਡੇ ਹਨ ਦੋਵਾਂ ਵਿੱਚੋਂ? ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬੜਾ ਸਪਸ਼ਟ ਤੇ ਸਿੱਧਾ ਉੱਤਰ ਦਿੱਤਾ। ਬਾਬਾ ਆਖੇ ਸੁਣ ਹਾਜੀਆਂ, ਸ਼ੁਭ ਅਮਲਾਂ ਵਾਜੋਂ ਦੋਨੋਂ ਰੋਈ। ਸਤਿਗੁਰੂ ਜੀ ਕਹਿੰਦੇ ਨਾ ਹਿੰਦੂ ਵੱਡਾ ਨਾ ਮੁਸਲਮਾਨ ਵੱਡਾ, ਵੱਡੇ ਤੇ ਅਮਲ ਹਨ। ਜੇ ਤੇ ਹਿੰਦੂ ਨੇ ਅਮਲ ਚੰਗੇ ਕੀਤੇ ਜਾਂ ਕਰਮ ਚੰਗੇ ਕੀਤੇ ਤੇ ਉਹ ਵੱਡਾ ਹੈ, ਜੇ ਮੁਸਲਮਾਨ ਨੇ ਕੀਤੇ ਤੇ ਉਹ ਵੱਡਾ ਹੈ। ਜਿਸ ਦੇ ਅਮਲ ਚੰਗੇ ਨਹੀਂ ਹਨ, ਕਰਮ ਚੰਗੇ ਨਹੀਂ ਹਨ, ਤੇ ਚਾਹੇ ਉਹ ਲੱਖਾਂ ਚਿੰਨ੍ਹ ਧਾਰਨ ਕਰ ਲਵੇ, ਵੱਡਾ ਨਹੀਂ ਹੋ ਸਕਦਾ। ਬਾਬਾ ਫਰੀਦ ਸਾਹਿਬ ਜੀ ਦੇ ਵਚਨ ਆਪਾਂ ਪੜ੍ਹਦੇ ਹਾਂ। ਭਗਤ ਫਰੀਦ ਸਾਹਿਬ ਜੀ ਕਹਿੰਦੇ ਸਰੀਰ ਵੀ ਇੱਥੇ ਰਹਿ ਜਾਂਦਾ ਹੈ, ਸਰੀਰ ਦੇ ਨਾਲ ਜੋੜਿਆ ਹੋਇਆ ਧਨ ਪਦਾਰਥ ਵੀ ਇੱਥੇ ਰਹਿ ਜਾਂਦਾ ਹੈ। ਜਿਸ ਘਰ ਦੇ ਵਿੱਚ ਰਹਿੰਦਾ, ਬੜਾ ਮਹਿੰਗਾ ਘਰ ਬਣਾਉਂਦਾ, ਉਹ ਵੀ ਇੱਥੇ ਰਹਿ ਜਾਂਦਾ ਹੈ। ਜਿਸ ਪਰਿਵਾਰ ਦੇ ਨਾਲ ਜੁੜਦਾ, ਉਹ ਪਰਿਵਾਰ ਵੀ ਇੱਥੇ ਰਹਿ ਜਾਂਦਾ ਹੈ। ਕੀ ਚੀਜ਼ ਜਾਂਦੀ ਹੈ ਕਿ ਅਮਲ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹ ਆਏ ਕੰਮ, ਦਰਗਾਹ 'ਚ ਕੰਮ ਹੋਵੇ। ਉੱਥੇ ਨਾ ਧਨ ਕੰਮ ਆਉਂਦਾ, ਨਾ ਰਿਸ਼ਤੇਦਾਰ ਕੰਮ ਆਉਂਦੇ, ਨਾ ਘਰ ਕੰਮ ਆਉਂਦਾ, ਕੁਝ ਵੀ ਨਹੀਂ। ਕੀ ਆਉਂਦਾ? ਅਮਲ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹ ਦਰਸ਼ਨ ਪਾਵੇ। ਦਰਗਾਹ ਦੇ ਵਿੱਚ ਜਗ੍ਹਾ ਮਿਲਦੀ ਹੈ, ਮਾਇਆ ਨਾਲ ਨਹੀਂ ਮਿਲਦੀ। ਇੰਨੇ ਪੌਂਡ ਦੇ ਦਿੰਦੇ ਆ ਜਗ੍ਹਾ ਦੇ, ਨਹੀਂ ਦਿੰਦੇ। ਅਮਲ ਵੇਖਦੇ ਕੀਤੇ ਹੈ ਕਿ ਨਹੀਂ ਕੀਤੇ। ਇਸ ਕਰਕੇ ਸਤਿਗੁਰੂ ਜੀ ਆਪਣੀ ਪਾਵਨ ਗੁਰਬਾਣੀ ਦੇ ਅੰਦਰ ਸਾਨੂੰ ਇਹ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਅਮਲ ਚੰਗੇ ਕਰ। ਜੇ ਤੇਰੇ ਅਮਲ ਚੰਗੇ ਹੋ ਗਏ, ਫਿਰ ਤੇਰਾ ਨਾਮ ਸਦਾ ਵਾਸਤੇ ਸੰਸਾਰ 'ਚ ਰਹਿ ਜਾਏਗਾ। ਭਗਤਾਂ ਦਾ ਅੱਜ ਵੀ ਨਾਮ ਅਮਰ ਹੈ, ਗੁਰਸਿੱਖਾਂ ਦਾ ਨਾਮ ਅਮਰ ਹੈ। ਇਸ ਕਰਕੇ ਨਾਮ ਦੀ ਕਮਾਈ ਕਰ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰਗੋਬਿੰਦ। ਇਹ ਪਾਵਨ ਪਵਿੱਤਰ ਉਪਦੇਸ਼ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੇ ਅੰਦਰ ਆਪਾਂ ਨੂੰ ਬਖਸ਼ਿਸ਼ ਕੀਤੇ ਹਨ। ਸੋ ਇਸੇ ਪ੍ਰਕਾਰ ਹੀ ਸਤਿਗੁਰਾਂ ਦੀ ਪਾਵਨ ਗੁਰਬਾਣੀ ਜਦੋਂ ਆਪਾਂ ਪੜ੍ਹਦੇ ਹਾਂ ਤੇ ਉਸ ਦੇ ਅੰਦਰ ਸਤਿਗੁਰਾਂ ਨੇ ਸਾਨੂੰ ਇਹ ਉਪਦੇਸ਼ ਕੀਤੇ ਹਨ ਕਿ ਇਨਸਾਨ ਆਪਣੇ ਜੀਵਨ ਦੇ ਵਿੱਚ ਕਰਮ ਚੰਗੇ ਕਰ, ਕਿਉਂਕਿ ਕਰਮਾਂ ਕਰਕੇ ਹੀ
ਤੈਨੂੰ ਪਰਲੋਕ ਦੇ ਵਿੱਚ ਸੁੱਖ ਮਿਲਣਾ ਹੈ, ਤੇ ਕਰਮਾਂ ਕਰਕੇ ਦੁੱਖ ਮਿਲਦਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਬਚਨ ਆਪਾਂ ਪੜ੍ਹਦੇ ਹਨ, ਚੰਗਿਆਈਆਂ ਬੁਰਾਈਆਂ ਵਾਜੈ ਧਰਮ ਹਜੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਚੰਗਿਆਈਆਂ ਰੱਬ ਦੇ ਨੇੜੇ ਲੈ ਜਾਂਦੀਆਂ ਹਨ, ਬੁਰਾਈਆਂ ਦੂਰ ਲੈ ਜਾਂਦੀਆਂ ਹਨ। ਚੰਗਿਆਈਆਂ ਕਰਦਾ ਹੋਇਆ ਜੀਵ ਰੱਬ ਦਾ ਰੂਪ ਬਣ ਜਾਂਦਾ ਹੈ, ਬੁਰਾਈਆਂ ਕਰਦਾ ਹੋਇਆ ਜੀਵ ਸ਼ੈਤਾਨ ਦਾ ਰੂਪ ਹੋ ਜਾਂਦਾ, ਰੱਬ ਤੋਂ ਦੂਰ ਹੋ ਜਾਂਦਾ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਚੰਗਿਆਈਆਂ ਕਰਨ ਦੇ ਵਿੱਚ ਉਦਮ ਕਰਨਾ ਪੈਂਦਾ ਹੈ। ਬੁਰਾਈਆਂ ਤੇ ਬੜੀ ਛੇਤੀ ਅਸੀਂ ਕਰ ਲੈਂਦੇ, ਬੁਰਾਈਆਂ ਬਹੁਤ ਛੇਤੀ ਹੁੰਦੀਆਂ। ਸਾਡੇ ਮਨ ਦਾ ਸੁਭਾਅ ਐਸਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਬਚਨ ਕਰਦੀ ਹੈ, ਚੰਗਿਆਈ ਹੋਏ ਸ਼ੇਰ। ਜਿਵੇਂ ਸ਼ੇਰ ਹੁੰਦਾ ਨਾ ਤਾਕਤਵਰ, ਸਤਿਗੁਰੂ ਜੀ ਕਹਿੰਦੇ ਚੰਗਿਆਈਆਂ ਕਰਨ ਵਾਸਤੇ ਇੱਦਾਂ ਸ਼ੇਰ ਵਾਂਗੂ ਬਣਨਾ ਪੈਣਾ, ਕਮਰ ਕਸਾ ਕਰਨਾ ਪੈਣਾ, ਮਿਹਨਤ ਕਰਨੀ ਪੈਣੀ। ਦੂਸਰੇ ਬੰਨੇ ਬੁਰਾਈਆਂ ਹਨ, ਉਹਨਾਂ ਵਾਸਤੇ ਤੇ ਕੋਈ ਮਿਹਨਤ ਨਹੀਂ, ਬਹੁਤ ਛੇਤੀ ਜੀਵ ਪਰਿਵਰਤਨ ਹੋ ਜਾਂਦਾ ਹੈ। ਇਸ ਕਰਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਭਜਨ ਕਰਦੀ ਹੈ, ਬੁਰੇ ਵਕਤ ਕੋ ਊਠ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਵੇਲਾ ਹੈ ਭੈਸ। ਬੁਰੇ ਕੰਮ ਕਰਨ ਵਾਸਤੇ ਤੇ ਅੰਮ੍ਰਿਤ ਵੇਲੇ ਸਮਾਂ ਰਾਤ ਤੇ ਉਹੀ ਹੈ, ਪਰ ਜੇ ਆਖੀਏ ਕਿ ਅੰਮ੍ਰਿਤ ਵੇਲੇ ਨਾਮ ਜਪਣ ਵਾਸਤੇ ਉੱਠਣਾ ਤੇ ਬੜਾ ਔਖਾ ਲੱਗਦਾ। ਜੇ ਕੋਈ ਕਹਿ ਦੇਵੇ ਵੀ ਤੈਨੂੰ ਅੰਮ੍ਰਿਤ ਵੇਲੇ ਇੰਨੇ ਪਾਉਣ ਮਿਲ ਜਾਣੇ ਆ, ਆਹ ਤੇਰਾ ਕੰਮ ਹੋ ਜਾਣਾ ਹੈ, ਇਹ ਕੋਈ ਆਲਸ ਨਹੀਂ, ਕੋਈ ਸਰੀਰ ਵੀ ਉਹੀ ਹੈ, ਮਨ ਵੀ ਉਹੀ ਹੈ, ਬਿਰਤੀ ਦਾ ਫਰਕ ਪੈ ਗਿਆ, ਇੱਛਾ ਦਾ ਫਰਕ ਪੈ ਗਿਆ, ਲਾਲਸਾ ਦਾ ਫਰਕ ਪੈ ਗਿਆ। ਜਿੰਨੇ ਚਾਅ ਤੇ ਉਤਸ਼ਾਹ ਦੇ ਨਾਲ ਇਹ ਕਰਮ ਕਰਦੇ ਆ, ਜੇ ਕਿਤੇ ਇੰਨੇ ਚਾਅ ਉਤਸ਼ਾਹ ਦੇ ਨਾਲ ਨਾਮ ਜਪਿਆ ਜਾਵੇ, ਬੰਦਗੀ ਕੀਤੀ ਜਾਵੇ, ਤੇ ਜੀਵਨ ਸਫਲ ਹੈ। ਇਸ ਕਰਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਅੰਦਰ ਸਤਿਗੁਰਾਂ ਨੇ ਕਿਸੇ ਧਰਮ ਨੂੰ ਨਹੀਂ ਵੇਖਿਆ, ਕਿਸੇ ਜਾਤ ਨੂੰ ਨਹੀਂ ਵੇਖਿਆ, ਕਰਮ ਨੂੰ ਵੇਖਿਆ। ਕਿ ਜਿਹੜਾ ਕਰਮ ਕਰ ਰਿਹਾ, ਚਾਹੇ ਉਹ ਖੱਤਰੀ ਹੈ, ਚਾਹੇ ਬ੍ਰਾਹਮਣ ਹੈ, ਚਾਹੇ ਸ਼ੂਦਰ ਹੈ, ਚਾਹੇ ਵੈਸ ਹੈ। ਜੇ ਮੁਸਲਮਾਨ ਆਏ ਸਤਿਗੁਰਾਂ ਦੇ ਪਾਸ ਤੇ ਉਹਨਾਂ ਨੂੰ ਵੀ ਸਤਿਗੁਰਾਂ ਨੇ ਆਖਿਆ ਮੁਸਲਮਾਨ ਮੋਮ ਦਿਲ ਹੋ ਗਏ। ਜੇ ਹਿੰਦੂ ਆਏ ਤੇ ਉਹਨਾਂ ਨੂੰ ਵੀ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਕਿ ਨਾਮ ਜਪੋ। ਸੰਸਾਰ ਦੇ ਅੰਦਰ ਇਹ ਸਰੀਰ ਜਿਹੜਾ ਦਿੱਤਾ ਹੈ ਪਰਮੇਸ਼ਰ ਨੇ, ਇਹਦੇ ਨਾਲ ਕਰਮ ਐਸੇ ਕਰੋ ਕਿ ਸੰਸਾਰ ਦੇ ਵਿੱਚ ਤੁਹਾਡੀ ਸ਼ੋਭਾ ਹੋਵੇ। ਇਸ ਪ੍ਰਕਾਰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਸੁੰਦਰ ਉਪਦੇਸ਼ ਆਪਾਂ ਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਹਨ, ਜਿਨ੍ਹਾਂ ਦੀਆਂ ਵਿਚਾਰਾਂ ਆਪਾਂ ਜਿਵੇਂ ਸਤਿਗੁਰੂ ਜੀ ਮੱਤ ਬੁੱਧੀ ਬਖਸ਼ਦੇ ਹਨ ਆਪਾਂ ਕਰਦੇ ਰਹਿੰਦੇ ਹਾਂ। ਇਹ ਸਾਰੀਆਂ ਹੀ ਸੋ ਇਸੇ ਪ੍ਰਕਾਰ ਹੀ ਇਤਿਹਾਸ ਦੇ ਅੰਦਰ ਮਹਾਕਵੀ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਨੇ ਸਤਿਗੁਰਾਂ ਦਾ ਇਤਿਹਾਸ ਲਿਖਿਆ, ਉਹਨਾਂ ਨੇ ਬੜੇ ਸੁੰਦਰ ਬਚਨ ਲਿਖੇ ਹਨ। ਉਹ ਕਹਿੰਦੇ ਸੰਸਾਰ ਦੇ ਅੰਦਰ ਸਾਡੇ ਤਿੰਨ ਮਿੱਤਰ ਹੁੰਦੇ, ਤਿੰਨ ਤਰ੍ਹਾਂ ਦੇ ਮਿੱਤਰ ਸੰਸਾਰ ਦੇ ਅੰਦਰ ਜੀਵ ਬਣਾਉਂਦਾ ਹੈ। ਤੇ ਉਹ ਜਿਹੜੇ ਮਿੱਤਰ ਹਨ ਉਹਨਾਂ ਦਾ ਸੰਬੰਧ ਕਿੱਥੋਂ ਤੱਕ ਰਹਿੰਦਾ ਹੈ, ਉਹ ਵੀ ਕਵੀ ਜੀ ਨੇ ਦੱਸਿਆ। ਕਵੀ ਜੀ ਦੇ ਬਚਨ ਆਉਂਦੇ ਹਨ, ਧਨ ਕੁਟੰਬ ਔਰ ਕਰਮ ਜੇ ਤੀਨ ਨਰਨ ਕੇ ਮੀਤ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਇੱਕ ਤੇ ਧਨ ਹੈ, ਇੱਕ ਕੁਟੰਬ ਪਰਿਵਾਰ ਔਰ ਤੀਸਰੇ ਕਰਮ। ਇਹ ਤਿੰਨੇ ਹੀ ਬੰਦੇ ਦੇ ਮਿੱਤਰ ਹਨ ਤੇ ਸਾਥ ਕਿੱਥੋਂ ਤੱਕ ਦਿੰਦੇ ਆ ਤਿੰਨੇ, ਇਹ ਕਿੱਥੇ ਕਿੱਥੇ ਜਾ ਕੇ ਸਾਥ ਛੱਡ ਦਿੰਦੇ ਆ ਸਾਡਾ। ਤੇ ਕਵੀ ਜੀ ਕਹਿੰਦੇ ਹਨ, ਜਬ ਲਓ ਘਟ ਮੈਂ ਪ੍ਰਾਣ ਹੈ, ਤਬ ਲਓ ਧਨ ਕੀ ਪ੍ਰੀਤ। ਜਿੰਨਾ ਚਿਰ ਸਾਡੇ ਸਰੀਰ ਦੇ ਅੰਦਰ ਸਵਾਸ ਚੱਲ ਰਹੇ ਹਨ, ਉਨਾ ਚਿਰ ਹੀ ਅਸੀਂ ਧਨ ਵਰਤ ਸਕਦੇ ਹਾਂ, ਉਨਾ ਚਿਰ ਹੀ ਸਾਡੀ ਮਾਇਆ ਜਿਹੜੀ ਜੇਬ ਦੇ ਵਿੱਚ ਪਾਈ ਹੈ ਉਹ ਸਾਡੀ ਹੈ। ਜਦੋਂ ਸਰੀਰ ਦੇ ਵਿੱਚੋਂ ਸਵਾਸ ਹੀ ਚਲੇ ਗਏ, ਸਵਾਸ ਹੀ ਛੁੱਟ ਗਏ, ਸਰੀਰ ਹੀ ਛੁੱਟ ਗਿਆ, ਫਿਰ ਧਨ ਮਿੱਤਰ ਨਹੀਂ ਬਣਦਾ, ਫਿਰ ਉਠਾ ਨਹੀਂ ਸਕਦਾ। ਚਾਹੇ ਕਰੋੜਾਂ ਕੋਲੇ ਰੱਖ ਦਿਓ, ਬੰਦਾ ਉੱਠ ਨਹੀਂ ਸਕਦਾ। ਧਨ ਦੇ ਵਿੱਚ ਇਹ ਸਮਰੱਥਾ ਨਹੀਂ ਕਿ ਕਿਸੇ ਦੇ ਸਵਾਸ ਨਿਕਲ ਗਏ ਤੇ ਉਹਨੂੰ ਉਠਾ ਦੇਵੇ, ਨਹੀਂ ਉਠਾ ਸਕਦਾ।
क्योंकि श्वास अमुल माया नाल खरीदे नहीं जा सकते, नहीं उठ सकता। ये मित्र जिहड़ा साथ छड्ड गया, जदों श्वास छुट गए, उस तो बाद किहदी वारी आउंदी है? दूसरे मित्र दी। वो की है? परिवार। वो कित्थों तक निभदा है? ते कवि जी कहते हैं, जारियो गाडियो तन नहीं, तब लग कुटुंब संदेह। जारियो गाडियो, उस तो बाद की कीता जाता? अंतिम क्रिया आपां करदे हां, उस संस्कार दी है अगली भेट कीता जाता शरीर, जां धरती दे विच जिवें मुसलमानी मत दे अंदर कबर बनाई जाती है। कवि जी कहते, जारियो गाडियो तन नहीं, तब लो कुटुंब संदेह। बहुर न को संग होए, समझ भले उर ले। जदों वो शरीर की मिट्टी संभाली गई, अग्नि भेट हो गया, धरती दे विच कबर बन गई, फिर परिवार भी साथ छड्ड गया। परिवार भी अगे नहीं तुर सके, उन्ना चिर कोल रहा जिन्ना चिर शरीर है। जदों शरीर तत्तां च तत्त रल गए, मिट्टी की माटी माटी होई एक, इको ही हो गया, फिर की है? फिर वो साथ छुट गया, वो भी मित्र उतों तक निभ गया। हुण अगे जदों तक ये शरीर साडा निबड़ गया, सब कुछ हो गया, फिर किहड़ा मित्र काम करदा? ते कवि जी कहते हैं, तीजो कर्म मित्र जो, संगी सद ही जान। जह जाए तह जात है, होत नहीं कबहान। ये फिर नाल ही जाता है, जिहड़े कर्म कीते हैं ना, ये मित्र ऐसा है, ये परलोक दे विच भी गवाहियां भरदा है कि इन्हें आ कीता है, इन्हें आ कीता है। उत्थे फिर ये कर्म जिहड़ा है ना साथ जाता है। ये मित्र फिर जिहड़ा परलोक दे विच जाके दसदा है कि इस जीव ने आ कर्म कीते। ना उत्थे आपां मुकर सकदे हैं, ना उत्थे आपां छुपा सकदे हैं, इत्थे ते चल जाता है, आपां लुको सकदे हां। पर सतगुरां दी पावन गुरबाणी वचन करदी है, मानसा किहो दीवानो, कोई नस भज निकलै। इत्थे बंदियां दीयां कचहरियां ने, माया थोड़ी जी दिओ सच दा झूठ, झूठ दा सच बन जाता है। सतगुरु जी कहते, मानसा किहो दीवानो, कोई नस भज निकलै। हर दीवानो कोई कित्थे जाए, उथों नहीं भज सकदा। वो भजन नहीं दिंदे, वो जिहड़े कर्म कीते हैं उही फाइयां बन जाते, होर कोई होर नहीं। ये कर्म ही साडे। नानक औगण जितड़े, तेते गली जंजीर। जिन्ने औगण कीते जंजीरां ही हैं, यही फाइयां ने, यही बनदियां, इन्हां दे विच जी बजदा। इस करके सतगुरां ने पावन गुरबाणी दे अंदर सानू उपदेश यही कीता है कि जीव कर्म चंगे कर ले। कर्मा करके जीव विछड़े, किरत कर्म के विछड़े, कर किरपा मिलो राम। कर्मा करके विछड़े आपां, ते कर्म ही सानू परमेश्वर दे नाल मिल सकदे। ये कर्म है जिहड़े आपां कर रहे हैं, सतसंग कर रहे हैं, कर्म है, इहदा फल मिलना है। ये अजाई नहीं जाना, व्यर्थ नहीं जाना। साई घड़ी सुलखणी, सुख नाल होवे। इस करके भगत कबीर साहब जी ने इत्थों तक वचन कहे हैं, कबीर एक घड़ी, एक घड़ी नहीं होती, आधी घड़ी, अद्धी भी नहीं होती, आधी होते याद। भगतन सिद्धि गोष्ठ जो चीज इतने नुकसान तो कोई नहीं अपना हो रहा, चाहे 5 मिनट बैठ गए हैं तो लाभ ही है, नुकसान तो कोई नहीं हो रहा। साडी सुरत रब के चरनां नाल गुरबाणी दे नाल जुड़ी है ना। सानू अपने मन बारे, अपने कर्मां बारे, अपने जीवन बारे कुछ पता ही चलिया, नुकसान तो कोई नहीं होया, लाभ भी होया। चाहे थोड़ी कर लो चाहे बहुती कर लो, लाभ ही है। इहदे विच नुकसान कोई नहीं, घाटा कोई नहीं है, इहदे विच प्रॉफिट ही है, लॉस कोई नहीं है। इस करके सतगुरां दी पावन गुरबाणी सानू इस सुंदर उपदेशां द्वारा, गुरबाणी इस जग मह चानण, कर्म वसै मन है। संसार दे विच बड़ा हनेरा है, बड़ा हनेरा है, कुछ नहीं दिसदा। गुरबाणी चानण करदी है, गुरबाणी रोशनी करदी है, मार्ग दिखाउंदी है। इस करके गुरबाणी दे लड़ लगिए, गुरबाणी दे लड़ लग के ही साडे जीवन की सफलता है। सो कोइयां बेअंत भुलां गुरु अते गुरु की संगत लक्षण योग है क्षमा करनियां। शब्द गुरु का जान के, विचार गुरु की जान के अपने सारियां दी हिरदे च वसे। सो इत्थे ही दास फतेह बुलाउंदा है। सारी संगत का धन्नवाद।
ਹੁਣ ਆਓ ਬੜਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਨਾਨਕਸਰ ਵਾਲੇ, ਉਹਨਾਂ ਪਾਸੋਂ ਗੁਰਬਾਣੀ ਦਾ ਹਰ ਜਸ ਕੀਰਤਨ ਸਰਵਣ ਕਰੀਏ। ਦਾਸ ਫਤਿਹ ਬੁਲਾਉਂਦਾ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ।